ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਕੋਟਾਨੁਕੋਟ ਵਾਰ ਧੰਨਵਾਦ ਹੈ, ਸ਼ੁਕਰ ਹੈ। ਸੇਵਾ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਵੇਲੇ ਦੀ ਅਮੋਲਕ ਦਾਤ, ਨਿਤਨੇਮ ਦੇ ਸੇਵਾ ਸਿਮਰਨ ਦੇ ਅਮੋਲਕ ਸਮੇਂ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ। ਜੋ ਵੀ ਗੁਰਸਿੱਖ ਸੰਗਤਾਂ ਨਿਤਨੇਮ ਅਨੁਸਾਰ ਸਤਿਗੁਰਾਂ ਦੇ ਪਾਵਨ ਪਵਿੱਤਰ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸਭ ਧੰਨ ਭਾਗੀ ਜਿਨ੍ਹਾਂ ਨੂੰ ਆਪਣੇ ਜੀਵਨ ਦੇ ਵਿੱਚ ਗੁਰੂ ਸਾਹਿਬ ਜੀ ਦੀ ਕਥਾ ਵਿਚਾਰ ਸੇਵਾ ਸਿਮਰਨ ਲਾਈਵ ਕਰਨ ਸੁਣਨ ਦਾ ਸਮਾਂ ਮਿਲਿਆ। ਭਾਵ ਉਹਦੇ ਬਖਸ਼ੇ ਹੋਏ ਉਦਮ ਦਾ ਸਦਕਾ ਅਸੀਂ ਆਲਸ ਨੀਂਦਰਾਂ ਤਿਆਗੀਆਂ, ਇਸ਼ਨਾਨ ਪਾਣੀ ਕੀਤਾ, ਉਹਦੀ ਯਾਦ ਵਿੱਚ ਜੁੜਨ ਦਾ ਬੈਠਣ ਦਾ ਸਮਾਂ ਮਿਲਿਆ। ਵੱਡੇ ਕਰਮਾਂ ਦੀ ਗੱਲ ਹੈ, ਧੰਨ ਭਾਗੀ। ਆਓ ਸਾਧ ਸੰਗਤ ਜਿੰਨਾ ਸਮਾਂ ਮਹਾਰਾਜ ਚੇ ਪਾਤਸ਼ਾਹ ਜੀ ਬਖਸ਼ਦੇ ਨੇ, ਸਤਿਗੁਰਾਂ ਦੇ ਬਚਨਾਂ ਨੂੰ ਮਨ ਕਰਕੇ ਪੜ੍ਹੀਏ, ਸੁਣੀਏ, ਵਿਚਾਰੀਏ, ਹਿਰਦੇ ਵਸਾਉਣ ਦਾ ਯਤਨ ਕਰੀਏ। ਕੱਲ ਜੋ ਆਪਣੀ ਵਿਚਾਰ ਚੱਲਦੀ ਸੀ ਕਿ ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਮਾਇਆ ਕੀ ਹੈ ਤੇ ਮਾਇਆ ਕਰਮ ਕੀ ਕਮਾਉਂਦੀ ਹੈ। ਦੁੱਖ ਸੁੱਖ ਇਹੋ ਜਿਉ ਬੱਧ ਹੈ ਹਉਮੈ ਕਰਮ ਕਮਾਏ। ਜੀਵ ਪੁਣਾ ਜਿਹੜਾ ਹੈ ਇਹ ਵੀ ਮਾਇਆ ਕਰਕੇ ਹੈ। ਇਹਨੂੰ ਮਾਇਆ ਕਰਕੇ ਹੀ ਦੁੱਖ ਤੇ ਮਾਇਆ ਕਰਕੇ ਹੀ ਵਿਸ਼ੇ ਸੁੱਖ ਬੰਧਨ ਪਏ ਹੋਏ ਨੇ। ਇਹ ਜੀਵ ਦੁੱਖ ਵਿੱਚ ਦੁੱਖ ਤੇ ਵਿਸ਼ੇ ਵਿੱਚ ਸੁੱਖ ਮੰਨਦਾ ਹੈ।
ਇਸ ਕਰਕੇ ਮਾਇਆ ਦੇ ਬੰਧਨ 'ਚ ਵੱਜਾ ਹੋਇਆ ਹੈ। ਮਾਇਆ ਕੀ ਕਰਦੀ ਹੈ ਜੀ? ਕਹਿੰਦੇ ਮਾਇਆ ਕਰਮ ਕੀ ਕਮਾਉਂਦੀ ਆ? ਮਹਾਰਾਜ ਕਹਿੰਦੇ ਆ ਜੀ, ਮਾਇਆ ਜੀਵ ਦੇ ਕੋਲੋਂ ਹਉਮੈ ਹੰਗਤਾ ਦੇ ਕਰਮ ਕਮਾਉਂਦੀ ਆ। ਜਿਹੜੇ ਹਉਮੈ ਸਹਿਤ ਕਰਮ ਹਨ ਉਹ ਸਭ ਮਾਇਕੀ ਨੇ। ਬੰਦਾ ਹੰਕਾਰ 'ਚ ਮੈਂ 'ਚ ਜਿਹੜੇ ਕਰਮ ਕਰਦਾ ਉਹ ਮਾਇਕੀ ਕਰਮ ਨੇ। ਸਮਝੋ, ਇਹ ਸਮਝੋ ਕਿ ਬੰਦੇ ਨੂੰ ਮਾਇਆ ਚੜ ਗਈ। ਮਾਇਆ ਨੇ ਆਪਣੀ ਅਗੋਸ਼ ਦੇ ਵਿੱਚ ਲੈ ਲਿਆ। ਜਦੋਂ ਬੰਦਾ ਆਪਣੀ ਮੈਂ ਮੇਰੀ ਦੇ ਅਧੀਨ, ਹੰਕਾਰ ਦੇ, ਹਉਮੈ ਦੇ ਅਧੀਨ ਕਰਮ ਕਰਦਾ ਵੀ ਐਵੇਂ ਹੀ ਕਰੂੰ ਮੈਂ, ਹਟਾ ਕੇ ਦਿਖਾਓ ਕੋਈ, ਇਹ ਮਾਇਕੀ ਕੰਮ ਨੇ। ਉੱਥੇ ਸਮਝੇ ਬੰਦਾ ਕਿ ਮੈਥੋਂ ਹੁਣ ਮਾਇਆ ਕਰਮ ਕਮਾ ਰਹੀ ਆ, ਮੈਂ ਰੱਬ ਦੀ ਰਜ਼ਾ ਦੇ ਨਹੀਂ ਹੈਗਾ, ਮੈਂ ਰੱਬ ਦੀ ਰਜ਼ਾ ਦੇ ਉਲਟਾਂ। ਸਮਝੇ ਬੰਦਾ। ਪਰ ਆਪਣੇ ਆਪ ਨੂੰ ਪਰਖਣ ਦੀ ਵਿਧੀ ਕਿਸੇ ਕਿਸੇ ਨੂੰ ਆਉਂਦੀ ਹੈ ਜੀ। ਮਾਇਆ ਦਾ ਦ੍ਰਿਸ਼ਟਾਂਤ ਜਿਹੜਾ ਹੈ, ਵੇਦਾਂਤੀਆਂ ਨੇ ਮਾਇਆ ਅਨਬਚਰੀ ਮੰਨੀ ਹੈ। ਅਨਰਬਚਨੀ ਭਾਵ ਜਿਹਦੀ ਕਥਨੀ ਨਾ ਹੋ ਸਕੇ, ਜੋ ਕਥਨ ਵਿੱਚ ਨਾ ਆਵੇ, ਉਹ ਮਾਇਆ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ, ਲਖੋ ਅਨਰਬਚਨੀ ਇਹੋ ਅੰਤੇ, ਜਿਹੜੀਆਂ 9 ਜੁਗਤੀਆਂ ਨਾ ਸਹਾਰੇ। ਭਾਵ ਨਾ ਸਤ ਹੈ ਨਾ ਅਸਤ ਹੈ, ਨਾ ਸਤ ਅਸਤ ਉਭੇ ਹੈ, ਨਾ ਭਿੰਨ ਹੈ ਨਾ ਅਭਿੰਨ ਹੈ, ਨਾ ਭਿੰਨ ਅਭਿੰਨ ਉਭੇ ਹੈ, ਨਾ ਸਵੈਦ ਹੈ ਨਾ ਨਿਰਵੈਵ ਹੈ, ਨਾ ਸਵੈਵ ਨਿਰਵੈਵ ਉਭੇ ਹੈ। ਨਾ ਤਾਂ ਸੱਚ ਹੈ ਤੇ ਨਾ ਉਹ ਝੂਠ ਹੈ। ਝੂਠ ਵੀ ਨਹੀਂ ਕਹਿ ਸਕਦੇ, ਸੱਚ ਵੀ ਨਹੀਂ ਕਹਿ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜੀ, ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵੈ ਪ੍ਰਭ ਓਟ ਤੁਮਾਰੀ। ਜਿਸ ਪ੍ਰਕਾਰ ਮਨੁੱਖ ਦਾ ਪ੍ਰਤੀਬਿੰਬ ਹੁੰਦਾ ਹੈ, ਪਰਛਾਵਾਂ, ਪਰਛਾਈ, ਤਸਵੀਰ ਆਪਣਾ ਸੀਸੇ ਦੇ ਵਿੱਚ ਪ੍ਰਤੀਬਿੰਬ ਬਣਦਾ ਹੈ, ਦਿਖਦਾ ਵੀ ਹੈ, ਉਹ ਹੱਥ ਵਿੱਚ ਨਹੀਂ ਆਉਂਦਾ। ਆਪਾਂ ਉਹਨੂੰ ਸੱਚ ਵੀ ਨਹੀਂ ਕਹਿ ਸਕਦੇ, ਝੂਠ ਵੀ ਨਹੀਂ ਕਹਿ ਸਕਦੇ। ਪਰਛਾਵਾਂ, ਪਰਛਾਈ, ਤਸਵੀਰ, ਫੋਟੋ ਸੀਸੇ ਦੇ ਵਿੱਚ, ਨਾ ਸਤ ਅਸਤ ਉਭੇ ਹੈ। ਜੇਕਰ ਕਹਿੰਦੇ ਕਹਿ ਦਈਏ ਵੀ ਸੱਚ ਹੈ, ਨਾ ਸੱਚੀ ਹੈ ਨਾ ਝੂਠੀ ਹੈ। ਇਹਦੀ ਅਪਣੱਤ ਕੀ ਹੈ? ਕਿਉਂਕਿ ਸੱਚ ਤੇ ਅਸਤ ਦੋਵੇਂ ਵਿਰੋਧੀ ਨੇ। ਦਿਨ ਤੇ ਰਾਤ ਇਕੱਠੇ ਹੀ ਨਹੀਂ ਰਹਿ ਸਕਦੇ। ਉਸੇ ਤਰ੍ਹਾਂ ਸੱਚ ਤੇ ਝੂਠ ਜਿਹੜਾ ਜੀ ਇਕੱਠੇ ਨਹੀਂ ਰਹਿ ਸਕਦੇ। ਚਾਨਣਾ ਹਨੇਰਾ ਇਕੱਠੇ ਨਹੀਂ ਰਹਿ ਸਕਦੇ। ਉਹ ਕਹਿੰਦੇ ਜਿੱਥੇ ਹਨੇਰਾ ਉੱਥੇ ਚਾਨਣਾ ਨਹੀਂ, ਜਿੱਥੇ ਚਾਨਣਾ ਉੱਥੇ ਹਨੇਰਾ ਨਹੀਂ। ਇਹ ਇੱਕੋ ਕਾਲ ਸਮੇਂ ਵਿੱਚ ਨਹੀਂ ਰਹਿ ਸਕਦੇ। ਇਸ ਕਰਕੇ ਦੋਨੇ ਰੂਪ ਕਰਕੇ ਵੀ ਨਹੀਂ ਕਹੀ ਜਾ ਸਕਦੀ ਇਹ ਮਾਇਆ। ਨਾ ਭਿੰਨ ਹੈ, ਕਹਿੰਦੇ ਬ੍ਰਹਮ ਤੋਂ ਮਾਇਆ ਵੱਖਰੀ ਵੀ ਨਹੀਂ। ਬੰਦਾ ਇਹ ਵੀ ਨਾ ਸੋਚੇ ਕਿ ਮਾਇਆ ਬ੍ਰਹਮ ਤੋਂ ਬਿਨਾਂ ਵੱਖਰੀ ਹੈ ਤਾਂ ਬਣਾਈ ਹੋਈ ਹਰ ਇੱਕ ਸ਼ੈ, ਹਰ ਇੱਕ ਚੀਜ਼, ਹਰ ਇੱਕ ਵਸਤੂ ਪਰਮੇਸ਼ਰ ਦੀ ਹੈ। ਪਰਮਾਤਮਾ ਨੇ ਇੰਨੇ ਕੁ ਭੇਦ ਪਾ ਦਿੱਤੇ, ਇੰਨੇ ਕੁ ਝੰਜਟ ਪਾਏ ਨੇ, ਸਾਨੂੰ ਸਮਝ ਨਹੀਂ ਆਉਂਦਾ। ਬਣਾਈ ਤਾਂ ਹਰ ਇੱਕ ਚੀਜ਼ ਪਰਮੇਸ਼ਰ ਨਹੀਂ ਹੈ। ਹੁਣ ਜੇ ਅੰਮ੍ਰਿਤ ਪਰਮੇਸ਼ਰ ਨੇ ਬਣਾਉਣਾ ਕੀਤਾ, ਜ਼ਹਿਰ ਵੀ, ਵਿਸ਼ ਜਿਹੜੀ ਆ, ਕੌੜਾਪਣ, ਕੁੜੱਤਣ, ਉਹ ਵੀ ਪਰਮਾਤਮਾ ਨੇ ਬਣਾਇਆ। ਉਹਨੂੰ ਕੋਈ ਹੋਰ ਨਹੀਂ ਬਣਾ ਗਿਆ, ਉਹ ਵੀ ਉਸੇ ਨੇ ਬਣਾਇਆ। ਕਿਉਂਕਿ ਸੰਸਾਰ ਬਿਰਖ ਕੋ
ਦੋਏ ਫਲ ਲਾਏ। ਕਿਹੜੇ? ਬਿਖ ਅੰਮ੍ਰਿਤ ਕਰਤਾਰ ਉਪਾਏ, ਬਿਖ ਤੇ ਅੰਮ੍ਰਿਤ, ਜ਼ਹਿਰ ਤੇ ਅੰਮ੍ਰਿਤ, ਕਰਤਾਰ ਉਪਾਏ। ਪਰਮੇਸ਼ਰ ਨੇ, ਕਰਤਾਰ ਨੇ ਪੈਦਾ ਕੀਤੇ ਨੇ। ਸੰਸਾਰ ਬਿਰਖ ਕੋ ਦੋਏ ਫਲ ਲਾਏ। ਸੰਸਾਰ ਰੂਪੀ ਬਿਰਛ ਨੂੰ, ਦਰਖਤ ਨੂੰ ਪਰਮਾਤਮਾ ਨੇ ਆਹ ਦੋ ਰੂਪੀ ਫਲ ਲਾਏ ਨੇ। ਆ ਮਾਇਆ ਨੂੰ ਅਸੀਂ ਭਿੰਨ ਵੀ ਨਹੀਂ ਕਹਿ ਸਕਦੇ ਬ੍ਰਹਮ ਤੋਂ, ਕਿਉਂਕਿ ਬ੍ਰਹਮ ਤੋਂ ਬਿਨਾਂ ਮਾਇਆ ਕਿਤੇ ਪ੍ਰਤੀਤ ਨਹੀਂ ਹੁੰਦੀ। ਬ੍ਰਹਮ ਦੀ ਸੱਤਾ ਕਰਕੇ ਇਹ ਭਾਸ ਰਹੀ ਹੈ। ਜੇਕਰ ਮਾਇਆ ਬ੍ਰਹਮ ਤੋਂ ਭਿੰਨ ਹੋਵੇ ਤਾਂ ਬ੍ਰਹਮ ਤੋਂ ਇਹਦਾ ਆਸਰਾ ਵੱਖਰਾ ਸਿੱਧ ਹੋਣਾ ਚਾਹੀਦਾ ਹੈ, ਪਰੰਤੂ ਬ੍ਰਹਮ ਤੋਂ ਵੱਖਰਾ ਹੋਰ ਕੋਈ ਪਦਾਰਥ ਨਹੀਂ ਜੋ ਮਾਇਆ ਦਾ ਆਸਰਾ ਹੋਵੇ। ਇਸ ਕਰਕੇ ਮਾਇਆ ਬ੍ਰਹਮ ਤੋਂ ਭਿੰਨ ਵੀ ਨਹੀਂ ਆ, ਨਾ ਅਭਿੰਨ ਹੈ, ਨਾ ਹੀ ਮਾਇਆ ਬ੍ਰਹਮ ਵਿੱਚ ਮਿਲਿਆ ਹੋਇਆ ਸਰੂਪ ਹੈ। ਉਹਨੂੰ ਭਿੰਨ ਸਰੂਪ ਕਹਿੰਦੇ ਨੇ, ਅਭਿੰਨ ਕਿ ਵੱਖਰਾ, ਜੋ ਮਿਲਿਆ ਹੋਇਆ। ਜੇ ਬ੍ਰਹਮ ਵਿੱਚ ਮਾਇਆ ਅਭਿੰਨ ਹੋਵੇ ਤਾਂ ਇਹਦਾ ਬ੍ਰਹਮ ਤੋਂ ਵੱਖਰਾ ਨਾਮ ਮਾਇਆ ਨਹੀਂ ਹੋਣਾ ਚਾਹੀਦਾ। ਇਸ ਕਰਕੇ ਇਹਨੂੰ ਬ੍ਰਹਮ ਨਾਲ ਅਭੇਦ ਭਾਵ ਮਿਲਿਆ ਹੋਇਆ ਸਰੂਪ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਬ੍ਰਹਮ ਸਤ ਚਿਤ ਆਨੰਦ ਸਰੂਪ ਹੈ। ਪਰ ਮਾਇਆ ਅਸਤ ਜੜ ਦੁੱਖ ਰੂਪ ਹੈ। ਬ੍ਰਹਮ ਦਾ ਇਹ ਸੁਭਾਅ ਨਹੀਂ। ਬ੍ਰਹਮ ਨਿਰਵਿਕਾਰ ਹੈ ਤੇ ਮਾਇਆ ਵਿਕਾਰ ਰੂਪ ਹੈ, ਕਿਉਂਕਿ ਮਾਇਆ ਬਾਲਕ, ਜਵਾਨੀ ਤੇ ਬੁਢੇਪਾ ਵਿਕਾਰਾਂ ਨੂੰ ਪ੍ਰਾਪਤ ਹੋਣ ਵਾਲੀ ਹੈ। ਇਸ ਕਰਕੇ ਬ੍ਰਹਮ ਵਿੱਚ ਮਿਲੀ ਹੋਈ ਵੀ ਨਹੀਂ, ਮਿਲੀ ਹੋਈ ਵੀ ਆ। ਨਾ ਭਿੰਨ ਹੈ, ਨਾ ਅਭਿੰਨ, ਨਾ ਭਿੰਨ ਅਭਿੰਨ ਉਭੇ ਹੈ। ਜੇਕਰ ਕਹਿੰਦੇ ਇਤਨਾ ਕਹਿ ਦਈਏ ਕਿ ਭਿੰਨ ਅਭਿੰਨ ਦੋਵੇਂ ਪ੍ਰਕਾਰ ਹੀ ਹੈ, ਭਿੰਨ ਵੀ ਆ, ਮਿਲੀ ਵੀ ਹੋਈ ਹੈ, ਮਿਲੀ ਵੀ ਨਹੀਂ ਹੋਈ ਬ੍ਰਹਮ ਚ। ਇਹ ਦੋਵੇਂ ਰੂਪ ਨਹੀਂ ਬਣ ਸਕਦੀ, ਕਿਉਂਕਿ ਜਿੱਥੇ ਭਿੰਨ ਹੈ ਉੱਥੇ ਅਭਿੰਨ ਨਹੀਂ, ਜਿੱਥੇ ਅਭਿੰਨ ਹੈ ਉੱਥੇ ਅਭਿੰਨ ਨਹੀਂ। ਇਸ ਕਰਕੇ ਦੋਵੇਂ ਰੂਪ ਕਰਕੇ ਵੀ ਨਹੀਂ ਕਹੀ ਜਾ ਸਕਦੀ, ਕਿਉਂਕਿ ਬ੍ਰਹਮ ਤੋਂ ਇਹ ਭਿੰਨ ਨਹੀਂ ਹੈ। ਭਾਵ ਮਾਇਆ ਤੇ ਬ੍ਰਹਮ ਤੇ ਮਾਇਆ ਵੱਖਰੇ ਨੇ, ਦੋਵੇਂ ਇਕੱਠੇ ਵੀ ਨੇ, ਇਕੱਠੇ ਵੀ ਨੇ। ਬ੍ਰਹਮ ਤੇ ਮਾਇਆ ਦੋਵੇਂ ਵੱਖਰੇ ਨੇ। ਇਸ ਕਰਕੇ ਮਾਇਆ ਭਿੰਨ ਅਭਿੰਨ ਦੋਵੇਂ ਰੂਪ ਵੀ ਨਹੀਂ ਹੈ, ਭੁਲੇਖੇ ਨੇ। ਭਰਮ ਦੇ ਪਰਦੇ ਪਾਤੇ ਮਾਲਕ ਨੇ, ਸਮਝਣਾ ਬੜਾ ਔਖਾ ਉਹਦੇ ਰੰਗਾਂ ਨੂੰ। ਅਗਲੇ ਵਚਨ ਕਹਿੰਦੇ ਨਾ ਸਵੈਵ ਹੈ, ਵੈਵ ਨਾਉ ਅੰਗਾਂ ਦਾ ਹੈ। ਜੇਕਰ ਮਾਇਆ ਦੇ ਸਵੈਵ ਕਹੀਏ, ਸੋ ਵੈਵ ਸਹਿਤ ਅੰਗਾਂ ਵਾਲੀ ਕਹੀਏ ਤਾਂ ਵੀ ਕਹਿਣੀ ਨਹੀਂ ਬਣਦੀ, ਕਿਉਂਕਿ ਸਰੀਰ ਕਹੀਏ ਅੰਗ ਸਾਹਮਣੇ ਹੀ ਚਿਖਾ ਚ ਸੜ ਜਾਂਦੇ ਨੇ। ਅੰਗਾਂ ਵਾਲੀ ਮਾਇਆ, ਹੱਥ ਪੈਰ ਕਰਮ ਇੰਦਰੇ, ਹੱਥ ਪੈਰ ਜਿਹੜੇ ਨੇ, ਸਰੀਰ ਜਿਹੜਾ ਉਹ ਤਾਂ ਸਾਹਮਣੇ ਆਪਾਂ ਨੂੰ ਪਤਾ ਵੀ ਗਲ ਜਾਂਦਾ, ਸੜ ਜਾਂਦਾ, ਕੱਟ ਵੱਢ ਹੋ ਜਾਂਦਾ ਸਰੀਰ, ਅੰਗ ਪੈਰ ਮਰ ਜਾਂਦੇ ਨੇ। ਇਹ ਭਾਵ ਕਿ ਜੋ ਚਿਖਾ ਵਿੱਚ ਸੜ ਜਾਂਦਾ ਹੈ। ਮਹਾਰਾਜ ਦੇ ਬਚਨ ਨੇ, ਹਸਤ ਪਾਵ ਝਰੇ ਖਿਨ ਭੀਤਰ ਆਗਨ ਸੰਗ ਲੈ ਜਾ ਰਹੇ ਹੋ। ਸਾਡੇ ਸਾਹਮਣੇ ਆ ਬੰਦਾ ਮੱਚਦਾ ਵੇਖਿਆ ਨਾ ਆਪਾਂ ਨੇ ਚਿਖਾ ਤੇ, ਜਦੋਂ ਆਪਾਂ ਲਾਂਬੂ ਲਾ ਦਿੰਦੇ ਹਾਂ ਮਰਨ ਤੋਂ ਬਾਅਦ ਬੰਦੇ ਨੂੰ, ਮੁਰਦੇ ਨੂੰ। ਉਹ ਕਹਿੰਦੇ ਹਸਤ ਪਾਵ ਝਰੇ ਖਿਨ ਭੀਤਰ, ਹੱਥ ਪੈਰ ਜਦੋਂ ਸੇਕ ਲੱਗਦਾ ਨਾ, ਅੱਗ ਮੱਚਦੀ ਹੈ। ਝਰੇ ਖਿਨ ਭੀਤਰ, ਖਿਣ ਦੇ ਵਿੱਚ ਝੜ ਜਾਂਦੇ ਨੇ, ਝਾੜ ਦੇਣਾ ਉਹਨੇ ਅੱਗ ਨੇ। ਜਦੋਂ ਅੱਗ ਮੱਚਣੀ ਹੈ, ਤਰੀਕਾ ਵੇਖ ਲਿਓ,
ਕੋਈ ਚੀਜ਼, ਕੋਈ ਕਾਗਜ਼, ਲਿਫਾਫਾ, ਕੋਈ ਥੈਲਾ, ਕੁਛ ਵੀ ਲਾਓ, ਜਦੋਂ ਤੁਸੀਂ ਅੱਗ ਲਾਤੀ ਉਹਨੇ ਝੜਨਾ ਸ਼ੁਰੂ ਹੋ ਜਾਣਾ। ਐਦਾਂ ਸਾਡਾ ਸਰੀਰ ਝੜ ਜਾਂਦਾ ਹੈ। ਹਾੜ ਜਲੇ ਜਿਉਂ ਲਾਕਰੀ, ਕੇਸ ਜਲਿਆ ਜਿਉਂ ਘਾਸ। ਹੱਡ ਲੱਕੜਾਂ ਵਾਂਗੂ ਮੱਚ ਜਾਂਦੇ ਨੇ, ਕੇਸ, ਵਾਲ ਜਿਹੜੇ ਨੇ ਉਹ ਕੱਖਾਂ ਵਾਂਗੂ, ਘਾਹ ਵਾਂਗੂ ਝੜ ਜਾਂਦੇ ਨੇ, ਮੱਚ ਜਾਂਦੇ ਨੇ। ਅਗਨ ਸੰਗ ਲੈ ਜਾਰੇ, ਜਦੋਂ ਅੱਗ ਦੇ ਨਾਲ ਇਹਨੂੰ ਸਾੜਨਾ ਕੀਤਾ। ਕਹਿੰਦੇ ਭਾਈ ਚਿਖਾ ਵਿੱਚ ਸਰੀਰ ਸੜ ਜਾਂਦਾ ਹੈ। ਸਵੈਬ ਪਦਾਰਥ ਉਹ ਹੁੰਦਾ ਜੋ ਕਿਸੇ ਕਾਲ ਭਾਵ ਕਿਸੇ ਕਾਰਨ ਨਾਲ ਜਨ ਕਹੀਏ ਜਨਮ ਦੁਆਰਾ ਉਤਪੰਨ ਹੁੰਦਾ ਹੈ। ਜਿਵੇਂ ਅੰਗਾਂ ਵਾਲੇ ਦੀ ਉਤਪੱਤੀ ਦਾ ਕੋਈ ਕਾਰਨ ਹੁੰਦਾ ਹੈ, ਪੈਦਾ ਕਰਨ ਵਾਸਤੇ ਮਾਇਆ ਦਾ ਕਾਰਨ ਕੋਈ ਬਣ ਨਹੀਂ ਸਕਦਾ। ਵਿਦਾਂਤ ਮਤ ਵਾਲਿਆਂ ਨੇ ਮਾਇਆ ਅਨਾਦਿ ਮੰਨੀ ਹੈ। ਜੇਕਰ ਸ਼ੁੱਧ ਚੇਤਨ ਨੂੰ ਮਾਇਆ ਦਾ ਕਾਰਨ ਮੰਨੀਏ ਤਾਂ ਸ਼ੁੱਧ ਚੇਤਨ ਨਿਰਵਿਕਾਰ ਹੈ। ਮਾਇਆ ਦੇ ਕਾਰਨ ਨਾਲ ਵਿਕਾਰ ਹੋ ਜਾਏਗਾ। ਜੇ ਵਿਕਾਰੀ ਹੋ ਗਿਆ ਤਾਂ ਸਾਰੇ ਸ਼ਾਸਤਰ ਵੇਦ ਨਿਸਫਲ ਚਲੇ ਜਾਣਗੇ। ਜੀਵ ਤੇ ਈਸ ਇਹ ਦੋਨੋਂ ਮਾਇਆ ਦੇ ਕਾਰਜ ਭਾਵ ਪੁਤਲੇ ਨੇ। ਜੀਵ ਤੇ ਈਸ ਪੁਤਲੇ ਨੇ। ਜਿਵੇਂ ਪੁੱਤਰ ਆਪਣੀ ਮਾਤਾ ਦਾ ਕਾਰਨ ਨਹੀਂ ਬਣ ਸਕਦਾ, ਇਸੇ ਪ੍ਰਕਾਰ ਬਾਕੀ ਜੜ ਪ੍ਰਪੰਚਤਾ ਕੀ ਕਾਰਨ ਬਣ ਸਕਦਾ ਹੈ। ਇਸੇ ਤੇ ਇਹ ਵੀ ਮਾਇਆ ਦਾ ਕਾਰਨ ਨਹੀਂ। ਕੋਈ ਸਿੱਧ ਨਾ ਹੋਣ ਕਰਕੇ ਮਾਇਆ ਸਵੈਬ ਨਹੀਂ ਆ, ਨਾ ਨਿਰਵੈਬ ਹੈ। ਜੇਕਰ ਮਾਇਆ ਨੂੰ ਨਿਰਵੈਬ ਭਾਵ ਅੰਗਾਂ ਤੋਂ ਰਹਿਤ ਕਹਿ ਦਈਏ ਵੀ ਮਾਇਆ ਦੇ ਅੰਗ ਨਹੀਂ, ਉਹ ਵੀ ਨਹੀਂ ਬਣਦਾ। ਕਿਉਂਕਿ ਸਰੀਰ ਆ, ਸਰੀਰਾਂ ਦਾ ਕੋਈ ਵੀ ਅੰਗ ਮਾਇਆ ਤੋਂ ਬਿਨਾਂ ਨਹੀਂ ਆ। ਸਰੀਰਾਂ ਦੇ ਜਿਹੜੇ ਸਾਡੇ ਅੰਗ ਪੈਰ ਨੇ, ਜੋ ਵੀ ਵਸਤੂਆਂ ਸੰਸਾਰ ਦੀਆਂ ਸ਼ੈਆਂ ਨੇ, ਕੋਈ ਵੀ ਅੰਗ ਜਿਹੜਾ ਮਾਇਆ ਤੋਂ ਬਿਨਾਂ ਨਹੀਂ। ਸਾਰੇ ਅੰਗ ਪ੍ਰਪੰਚ ਦੀ ਰਚਨਾ ਜਿਹੜੀ ਹੈ ਪ੍ਰੇਮੀਓ, ਮਾਇਆ ਕਰ ਕੀ ਹੈ। ਉਹ ਕਹਿੰਦੇ ਇਹ ਮਾਇਆ ਦੁਆਰਾ ਹੀ ਬਣੀ ਆ। ਮਾਇਆ ਦਾ ਰੂਪ ਜੋ ਸਭ ਨੂੰ ਦਿਸ ਰਿਹਾ, ਇਸ ਕਰਕੇ ਨਿਰਵੈਰ ਵੀ ਨਹੀਂ ਕਹੀ ਜਾ ਸਕਦੀ। ਨਿਰਵੈਰ ਨਾ ਸਵੈਬ ਨਿਰਵੈਬ ਉਵੇ ਹੈ, ਨਾ ਦੋਨੋਂ ਪ੍ਰਕਾਰ ਹੈ। ਕਿਉਂਕਿ ਅੰਗਾਂ ਵਾਲੀ ਵਸਤੂ ਦਾ ਬਿਨਾਂ ਅੰਗਾਂ ਵਾਲੀ ਵਸਤੂ ਨਾਲ ਵਿਰੋਧ ਹੈ। ਇਸੇ ਕਰਕੇ ਦੋਨੋਂ ਪ੍ਰਕਾਰ ਕਹਿਣਾ ਵੀ ਨਹੀਂ ਬਣਦਾ। ਇਸ ਪ੍ਰਕਾਰ ਜੋ 9 ਜੁਗਤੀਆਂ ਨੂੰ ਨਾ ਸਹਾਰੇ ਵੇਦਾਂਤ ਵਿੱਚ ਇਸ ਨੂੰ ਅਨਰਵਚਨੀ ਕਿਹਾ। ਇਸ ਕਰਕੇ ਮਾਇਆ ਨੂੰ ਚਰਜ ਰੂਪ ਵੀ ਕਿਹਾ ਹੈ। ਕਬੀਰ ਸਾਹਿਬ ਜੀ ਕਹਿੰਦੇ ਆ ਜੀ, ਅਚਰਜ ਏਕ ਸੁਨੋ ਜੇ ਰੇ ਪੰਡੀਆ, ਅਬ ਕਿਛ ਕਹਿਣ ਨਾ ਜਾਈ। ਅਨਰਵਚਨ ਅਚਰਜ ਅਖੇੜ ਹੈ। ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਲਾਏ, ਅਰ ਹੋਤੀ ਬਾਤ ਕਾ ਤਾ ਕਾ ਲੋਪ ਕਰਾਏ। ਤਾ ਕਾ ਲੋਪ कराए जय माया का रूप, साच को झूठ दिखाए झूठ को साच स्वरूप। लखना से प्रतीत होए आप ना भासै जोए, यही माया जान ना सत बखाए जोए। भाई संतोख सिंह जी कहते घटन अघटन पटीसी माया है, अघटन घटना सो कनेरी। सो जो माया ਇਹਦਾ ਸੰਧੀ ਪ੍ਰਛੇਦ ਕਰਕੇ ਇਹ ਅਰਥ ਬਣਿਆ ਕਿ ਜੋ ਨਾ ਹੋਵੇ ਉਹ ਮਾਇਆ ਹੈ। ਇਸੇ ਪ੍ਰਕਾਰ ਮਾਇਆ ਦਾ ਬ੍ਰਹਮ ਤੋਂ ਪਰੇ ਕੋਈ ਵੀ ਹੋਂਦ ਨਹੀਂ, ਪਰ ਪ੍ਰਬਲ ਐਸੀ ਹੈ ਕਿ ਸਾਰੇ ਸੰਸਾਰ ਨੂੰ ਅਗਿਆਨ ਦੇ ਪਰਦੇ ਨਾਲ ਢਕੀ ਬੈਠੀ ਹੈ। ਇਤਨੀ ਕਿ ਤਾਕਤਵਰ ਹੈ, ਬੰਦੇ ਨੂੰ ਦੀਂਦਾ ਨਹੀਂ। ਇਤਨੀ ਕਿ ਪ੍ਰਬਲ ਹੈ, ਇਹ ਸੰਸਾਰ ਨੂੰ ਅਗਿਆਨਤਾ ਦੇ ਪਰਦੇ ਨਾਲ ਢੱਕ ਲਿਆ ਇਹਨੇ, ਅਕਲ ਤੇ ਪਰਦੇ ਪਾ ਲਏ। ਤੇ ਫਿਰ ਇਹ
ਪੜਦੇ ਜਿਹੜੇ ਨੇ ਪ੍ਰੇਮੀਓ, ਭਰਮ ਕੇ ਪੜਦੇ ਸਤਿਗੁਰ ਖੋਲੇ। ਗੁਰੂ ਤੋਂ ਬਿਨਾਂ ਇਹ ਪੜਦੇ ਜਿਹੜੇ ਨੇ ਨਹੀਂ ਖੋਲਣੇ। ਲੱਖ ਯਤਨ ਕਰੀਏ ਅਸੀਂ, ਅਕਲ ਜਿਹੜੀ ਹੈ, ਮੱਤ ਜਿਹੜੀ ਹੈ, ਗੁਰੂ ਤੋਂ ਬਿਨਾਂ ਨਹੀਂ ਆਏਗੀ, ਜਿੱਥੇ ਮਰਜੀ ਫਿਰਦੇ ਰਹੀਏ। ਇਹ ਪੜਦੇ ਜਿਹੜੇ ਨੇ ਪਏ ਹੋਏ ਸਾਡੀਆਂ ਅਕਲਾਂ ਤੇ ਭਰਮ ਦੇ, ਇਹ ਗੁਰੂ ਦੇ ਗਿਆਨ ਨਾਲ ਖੁੱਲਣੇ ਆ। ਜਿੱਥੇ ਅਸੀਂ ਜਾਣਾ, ਬਹਿਣਾ, ਆਉਣਾ ਪਸੰਦ ਨਹੀਂ ਕਰਦੇ। ਨੀਂਦ ਪਿਆਰੀ ਹੈ, ਧੰਦੇ ਝੰਜਟ ਪਿਆਰੇ, ਆ ਜੀ ਉਹ ਜੀ ਸਰਨਾ ਨਹੀਂ, ਆ ਨਹੀਂ ਹੋਣਾ, ਵਾਧੂ ਦੀ ਤਮ ਹੈ। ਆਪਾਂ ਨੂੰ ਪਤਾ ਵੀ ਕੰਮ ਤਾਂ ਫਿਰ ਵੀ ਹੋਈ ਜਾਂਦਾ। ਜਿਹੜੇ ਕਹਿੰਦੇ ਸਨ ਸਾਥੋਂ ਬਿਨਾਂ ਕੰਮ ਨਹੀਂ ਹੁੰਦਾ, ਹੁਣ ਵੀ ਹੋਈ ਜਾਂਦਾ, ਚੱਲੀਏ ਜਾਂਦਾ। ਤਾਂ ਕੰਮ ਕਦੇ ਰੁਕੇ ਨੇ? ਬੰਦਾ ਹੀ ਰੁਕ ਜਾਂਦਾ, ਬੰਦਾ ਹੀ ਮੁੱਕ ਜਾਂਦਾ, ਕੰਮ ਨਹੀਂ ਮੁੱਕਦੇ। ਬੰਦਾ ਇਹ ਨਾ ਸੋਚੇ ਮੇਰੇ ਬਿਨਾਂ ਗੁਜ਼ਾਰਾ ਨਹੀਂ, ਆਹ ਨਹੀਂ ਹੋਣਾ, ਉਹ ਨਹੀਂ ਹੋਣਾ, ਸਭ ਕੁਛ ਹੋਈ ਜਾਂਦਾ। ਸੰਸਾਰ ਕਦੇ ਨਹੀਂ ਰੁਕਦਾ, ਸਮੇਂ ਦੀ ਰਫ਼ਤਾਰ ਕਦੇ ਨਹੀਂ ਰੁਕਦੀ, ਝੰਜਟ ਕਦੇ ਨਹੀਂ ਰੁਕਣਗੇ, ਕੰਮ ਸਭ ਚੱਲੀ ਜਾਂਦਾ। ਕਿਉਂਕਿ ਖਾਸਮ ਮਰੇ ਤਾਂ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ। ਖਾਸਮ ਮਰੇ, ਘਰ ਵਾਲਾ ਮਰੇ, ਘਰ ਵਾਲੀ ਨਾ ਰੋਵੇ, ਕਿਵੇਂ ਹੋ ਸਕਦਾ? ਇੱਕ ਦਿਨ ਦਾ ਰੂ ਬੇਸ਼ੱਕ ਝੂਠੀ ਮੁੱਠੀ ਰੋਵੇ, ਦਿਖਾਵਾ ਲੋਕਾਂ ਨੂੰ ਦਿਖਾਊ ਤਾਂ ਰੋਕੇ, ਪਰ ਇਹ ਨਾਰ ਕਹੀਏ ਮਾਇਆ ਪਦਾਰਥ। ਕੋਈ ਮਾਲਕ ਮਰਦਾ ਰੱਖਣ ਵਾਲਾ, ਮਾਇਆ ਥੋੜੀ ਰੋਂਦੀ ਹੈ। ਕਦੇ ਮਾਇਆ ਰੋਂਦੀ ਪੈਸੇ, ਪਦਾਰਥ, ਧਨ ਦੌਲਤ, ਕਾਰਾਂ ਕੋਠੀਆਂ ਰੋਂਦੇ ਵੇਖੇ ਨੇ ਜਦੋਂ ਬੰਦਾ ਮਰਦਾ? ਕਿਉਂਕਿ ਉਹਨੂੰ ਸਾਂਭਣ ਵਾਲੇ ਚਾਰ ਹੋਰ ਖੜੇ ਹੁੰਦੇ ਨੇ। ਜਿਹੜੇ ਸਾਡੇ ਵਡੇਰੇ ਮਰ ਗਏ, ਨਾਲ ਲੈ ਗਏ, ਉਹਨਾਂ ਦੇ ਪਦਾਰਥ, ਮਾਇਆ ਜੋ ਵੀ ਸੀ, ਜ਼ਮੀਨ ਜਾਇਦਾਦ ਅਸੀਂ ਸਾਂਭ ਲਈ। ਜਦੋਂ ਅਸੀਂ ਮਰ ਜਾਣਾ, ਸਾਡੇ ਬੱਚੇ ਕੋਈ ਹੋਰ ਸਾਂਭ, ਕੋਈ ਨਾ ਕੋਈ ਦਾ ਸਾਂਭੂ। ਭਾਵ ਮਾਇਆ ਨਹੀਂ ਰੋਂਦੀ। ਅਗਿਆਨ ਹੈ, ਪੜਦੇ ਪੈ ਗਏ ਵੀ ਆਪਣਾ ਹੈ, ਮੇਰਾ ਹੈ, ਮੈਂ ਕੀਤਾ। ਭਰਮ ਦੇ ਪਰਦੇ ਗੁਰੂ ਤੋਂ ਬਿਨਾਂ ਨਹੀਂ ਖੁੱਲਣੇ ਪ੍ਰੇਮੀਓ। ਇਹ ਢਕੀ ਬੈਠੀ ਆ ਪੜਦਿਆਂ ਨਾਲ। ਜਿਵੇਂ ਕਿ ਅਮਰ ਵੇਲ ਦੀ, ਜਿਸ ਨੂੰ ਕਾਸ਼ੀ ਵੇਲ ਵੀ ਕਹਿੰਦੇ ਨੇ, ਆਪਣੀ ਜੜ ਧਰਤੀ ਤੇ ਨਹੀਂ ਲੱਗਦੀ ਹੁੰਦੀ। ਬਾਕੀ ਹੋਰ ਸਾਰੀ ਜਿੰਨੀ ਵੀ ਬਨਸਪਤੀ ਆ, ਪੌਦੇ ਨੇ, ਉਹਨਾਂ ਦੀ ਜੜ ਜਿਹੜੀ ਆ ਧਰਤੀ 'ਚ ਲੱਗੀ ਹੁੰਦੀ ਹੈ। ਅਮਰ ਵੇਲ ਆਪਾਂ ਨੂੰ ਪਤਾ ਵੀ ਦਰਖਤਾਂ ਦੀ ਹੁੰਦੀ ਆ, ਪਰ ਜਿਸ ਬਿਰਛ ਦੇ ਉੱਤੇ ਅਮਰ ਵੇਲ ਚੜ੍ਹ ਜਾਵੇ, ਉਸੇ ਬਿਰਛ ਨੂੰ ਢੱਕ ਲੈਣ ਵਾਲੀ ਹੈ। ਜਿਵੇਂ ਅਮਰ ਵੇਲ ਨੂੰ ਕੇਵਲ ਆਸਰਾ ਤਾਂ ਬਿਰਛ ਦਾ ਹੈ, ਪਰ ਉਸੇ ਨੂੰ ਆਛਾਦਨ ਕਰ ਦਿੰਦੀ ਹੈ। ਇਸੇ ਪ੍ਰਕਾਰ ਮਾਇਆ ਬ੍ਰਹਮ ਦੇ ਆਸਰੇ ਪੈਦਾ ਹੋ ਕੇ ਉਹਨੂੰ ਆਛਾਦਨ ਕਰ ਦਿੰਦੀ ਹੈ। ਭਾਵ ਜੀਵਾਂ ਨੂੰ ਉਹਦਾ ਸਰੂਪ ਪ੍ਰਤੀਤ ਨਹੀਂ ਹੋਣ ਦਿੰਦੀ, ਢੱਕ ਲੈਂਦੀ ਹੈ। ਕੋਸ਼ਿਸ਼ ਕਰੀਏ ਆਪਣੇ ਪੜਦੇ ਜਿਹੜੇ ਨੇ, ਅਗਿਆਨਤਾ ਜਿਹੜੀ ਹੈ, ਗੁਰੂ ਤੋਂ ਦੂਰ ਕਰਾਈਏ ਪ੍ਰੇਮੀਓ। ਗੁਰੂ ਵਾਲੇ ਬਣੀਏ। ਗੁਰੂ ਦੀ ਬਾਣੀ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ। ਦੂਸਰਾ ਦ੍ਰਿਸ਼ਟਾਂਤ ਜਿਹੜਾ, ਜਿਵੇਂ ਆਮ ਪਾਣੀ ਜਾਂ ਬਰਸਾਤ ਦੇ ਪਾਣੀ ਦੇ ਟਿਕਾਣੇ ਟੋਭੇ ਨੇ ਨਾ, ਲੰਮਾ ਸਮਾਂ ਪਾਣੀ ਖੜਾ ਰਹੇ ਤਾਂ ਉਹਦੇ ਵਿੱਚ ਬੂਰ ਪੈਦਾ ਹੋ ਜਾਂਦਾ ਹੈ। ਬੂਰ ਕਦੇ ਕਿਸੇ ਵਿਅਕਤੀ ਨੇ ਬਾਹਰ ਤੋਂ ਲਿਆ ਕੇ ਕਿਸੇ ਸਾਧਨ ਨਾਲ ਟੋਭੇ ਵਿੱਚ ਨਹੀਂ ਸੁੱਟਿਆ ਹੁੰਦਾ। ਬੂਰ ਆਕਾਸ਼ ਤੋਂ ਵੀ ਨਹੀਂ ਡਿੱਗਿਆ, ਕੇਵਲ ਪਾਣੀ ਦੇ ਵਿੱਚੋਂ ਹੀ ਪੈਦਾ ਹੋਇਆ, ਅਤੇ ਉਹ ਬੂਰ ਫਿਰ ਪਾਣੀ ਨੂੰ ਹੀ ਇਤਨਾ ਆਛਾਦਨ ਕਰ ਦਿੰਦਾ, ਢੱਕ ਲੈਂਦਾ ਕਿ ਪਾਣੀ ਨੂੰ ਦਿਸਣ ਤੋਂ ਹਟਾ ਦਿੰਦਾ। ਬੂਰ ਪਾਣੀ ਵਿੱਚੋਂ ਪੈਦਾ ਹੋਇਆ ਅਤੇ ਬੂਰ ਖੜਾ ਵੀ ਪਾਣੀ ਦੇ ਹੀ ਆਸਰੇ ਹੈ, ਅਤੇ ਜੇਕਰ ਬੂਰ ਨੂੰ ਪਾਣੀ ਤੋਂ ਹਟਾ ਦਿੱਤਾ ਜਾਏ ਤਾਂ ਕੇਵਲ ਪਾਣੀ ਹੀ ਰਹਿ ਜਾਂਦਾ ਹੈ। ਜੇਕਰ ਪਾਣੀ ਨਾ ਹੋਵੇ ਤਾਂ ਬੂਰ ਵੀ ਨਹੀਂ ਹੋ ਸਕਦਾ। ਆ ਜਿਹੜਾ ਬੂਰ ਜਾ ਜਾਂਦਾ ਪਾਣੀ ਤੇ, ਆਪਾਂ ਵੇਖਦੇ ਹਾਂ ਟੋਭਿਆਂ 'ਚ, ਨਾਲਿਆਂ 'ਚ ਉੱਪਰ। ਭਾਵ ਹਰ ਇੱਕ ਚੀਜ਼ ਮੈਲੀ ਹੈ, ਰੱਬ ਮੈਲਾ, ਮੈਲਾ ਹੈ ਚੰਦ। ਪਾਣੀ ਵੀ ਮੈਲਾ ਹੈ ਜੀ, ਮੈਲ ਉਹਦੇ ਵਿੱਚ। ਉਹ ਬੂਰ ਜਿਹੜਾ ਉਹਦੇ ਵਿੱਚੋਂ ਪੈਦਾ ਹੁੰਦਾ, ਉਹ ਬੂਰ ਫਿਰ ਪਾਣੀ ਤੋਂ ਬਿਨਾਂ ਪੈਦਾ ਵੀ ਨਹੀਂ ਹੁੰਦਾ। ਇਹੀ ਮਾਇਆ ਕਰਮ ਕਮਾਉਂਦੀ ਹੈ। ਸਮਝੀਏ, ਇਸ ਗਿਆਨ ਨੂੰ ਹਿਰਦੇ ਵਸਾਉਣ ਦਾ ਯਤਨ ਕਰੀਏ। ਆਓ ਭੁੱਲਾਂ ਤੋਂ ਖਿਮਾ ਇੱਥੇ ਸਮਾਪਤੀ ਹੈ। ਸ਼ਲੋਕ ਪਵਨ ਗੁਰੂ ਪਾਣੀ ਵੇਤਾ, ਦਿਵਸ ਰਾਤ ਦੋਇ ਦਾਈ ਦਾਇਆ।
ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।